ਹਾਂਜੀ ਦੋਸਤੋ, ਟਿੱਲਾ ਟਾਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ। ਦੋਸਤੋ, ਪਿਛਲੇ ਕਾਫੀ ਸਮੇਂ ਤੋਂ ਅਸੀਂ ਤੁਹਾਨੂੰ ਇੱਕ ਜ਼ਿਮੀਂਦਾਰ ਭਰਾ, ਚਲੋ ਸਾਡੇ ਲਈ ਹੁਣ ਤਾਂ ਉਹ ਭਰਾ ਹੀ ਹੈ, ਜਾਂ ਪਹਿਲਾਂ ਵੀ ਸੀ, ਹੁਣ ਵੀ ਆ, ਆਉਣ ਵਾਲੇ ਸਮੇਂ ਵਿੱਚ ਵੀ ਰਹੂਗਾ। ਅਸੀਂ ਵੀ ਤੁਹਾਨੂੰ ਉਹਦੀਆਂ ਕੁਛ ਕੁ ਕਰਤੂਤਾਂ ਜਾਂ ਕੁਛ ਕੁ ਉਹਦੀਆਂ ਜੋ ਵੀ ਉਹਦੀ ਨਾ ਸਮਝੀ ਸੀ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਉਸਨੇ ਆਪਦੀ ਔਕਾਤ ਦੇ ਮੁਤਾਬਿਕ ਸਾਨੂੰ ਜਿਹੜਾ ਵਾ ਕੁਛ ਕੁ ਆਪਦੇ ਸਾਥੀਆਂ ਜਾਂ ਆਪਦੇ ਵੀਰ ਭਰਾਵਾਂ ਕੋਲੋਂ ਉਹਨੇ ਜਿਹੜੀਆਂ ਵਾ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਮੇਰਾ ਜੋ ਮੈਂ ਨਿੱਜੀ ਤੌਰ 'ਤੇ ਮੈਂ ਕਰਦਾ ਵਾਂ, ਤੁਸੀਂ ਉਹ ਕਿਉਂ ਮਤਲਬ ਵਿਖਾਉਣਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਸਾਹਮਣੇ। ਉਹ ਸਭ ਕੁਝ ਸੱਚ ਵਾ, ਉਹ ਕਿਉਂ ਰੱਖਣਾ ਸ਼ੁਰੂ ਕਰ ਦਿੱਤਾ। ਸੋ ਦੋਸਤੋ, ਅੱਜ ਤੁਹਾਨੂੰ ਉਹਦੀਆਂ ਕੁਛ ਕੁ ਹੋਰ ਕਰਤੂਤਾਂ ਜਿਹੜੀਆਂ ਵਾ ਤੁਹਾਨੂੰ ਅਸੀਂ ਦਿਖਾਉਣੀਆਂ ਚਾਹਾਂਗੇ, ਕਿਉਂਕਿ ਉਹਨਾਂ ਦੀ ਭਾਸ਼ਾ ਹੀ ਕੁਛ ਐਦਾਂ ਦੀ ਸੀ ਕਿ ਤੂੰ ਕਿਤੇ ਸਾਨੂੰ ਇਕੱਲੇ ਮਿਲੀ ਜਾਂ ਫਿਰ ਤੂੰ ਕਿਤੇ ਸਾਨੂੰ ਐਦਾਂ ਦੀ ਜਗ੍ਹਾ ਤੇ ਮਿਲੀ, ਫਿਰ ਤੈਨੂੰ ਦੱਸਾਂਗੇ ਸਵਾਲ ਜਵਾਬ ਕਿਵੇਂ ਹੁੰਦੇ ਆ ਜਾਂ ਕੀ ਹੁੰਦਾ। ਸੋ ਅੱਜ ਮਿਲਦੇ ਹਾਂ ਅਸੀਂ ਉਸ ਵੀਰ ਨੂੰ ਤੇ ਪੁੱਛਦੇ ਉਹਨੂੰ ਕਿ ਉਹਨੂੰ ਕੀ ਦਿੱਕਤ ਸੀਗੀ ਉਹਨਾਂ ਵੀਡੀਓਜ਼ ਤੋਂ, ਜਾਂ ਫਿਰ ਉਹਨੇ ਕਿਉਂ ਇਦਾਂ ਦੀਆਂ ਧਮਕੀ ਭਰੀਆਂ ਜਿਹੜੇ ਫੋਨ ਕਾਲਸ ਨੇ ਸਾਨੂੰ ਕਰਵਾਏ ਸੀਗੇ। ਅੱਜ ਉਹਦੇ ਪਿੰਡ ਆਏ ਹੋਏ ਆ, ਜਿੱਥੇ ਉਹ ਰਹਿੰਦਾ ਵਾ, ਉਹਦੇ ਖੇਤ ਆਏ ਹੋਏ ਆ, ਜਿੱਥੇ ਉਹ ਆਪਦਾ ਕੰਮ ਕਰਦਾ ਜਾਂ ਜੋ ਵੀ ਕੁਛ ਕਰਦਾ। ਤੇ ਆਹ ਦੇਖੋ ਜੀ, ਇੱਦਾਂ ਦਾ ਕੁਛ ਰਸਤਾ ਹੈ ਜਿਹੜਾ ਮੈਨੂੰ ਨਹੀਂ ਪਤਾ ਉਹਨੇ ਕਿਉਂ ਚੁਣਿਆ। ਮੈਂ ਆਪਦੇ ਕੁਛ ਕੁ ਸਾਥੀਆਂ ਤੋਂ ਮਦਦ ਲੈ ਕੇ ਇਸ ਦਾ ਪੂਰਾ ਪਤਾ ਕਰਵਾਇਆ ਸੀ, ਤੇ ਤੁਸੀਂ ਦੇਖ ਹੀ ਸਕਦੇ ਹੋ ਕਿੱਦਾਂ ਦੇ ਰਾਹ ਤੋਂ ਜਿਹੜਾ ਵਾ ਤੁਰਿਆ ਜਾ ਰਿਹਾ ਵਾ। ਤੇ ਕੁਛ ਕੁ ਕਰਤੂਤਾਂ ਉਹਦੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਦਿਖਾਉਣੀਆਂ ਚਾਹਾਂਗੇ। ਤੇ ਇਹ ਕਿਉਂ ਇਦਾਂ ਦੀਆਂ ਕਰਤੂਤਾਂ ਕਰਦੇ ਨੇ, ਹੈ ਤਾਂ ਚਲੋ ਜੀ ਕਹਿਣ ਨੂੰ ਕਿੱਤੇ ਵਜੋਂ ਤੋਂ ਜੱਟ ਜ਼ਿਮੀਂਦਾਰ ਨੇ, ਪਰ ਇੱਦਾਂ ਦੀਆਂ ਕਰਤੂਤਾਂ ਕੀ ਇਹਨਾਂ ਨੂੰ ਸ਼ੋਭਾ ਦਿੰਦੀਆਂ ਨੇ, ਸਾਨੂੰ ਤੁਸੀਂ ਖੁਦ ਹੀ ਅੱਜ ਇਸ ਵੀਡੀਓ ਰਾਹੀਂ ਜਿਹੜਾ ਵਾ ਸਾਨੂੰ ਦੱਸਿਓ ਕਿ ਇਹ ਲੋਕ ਕਿੱਦਾਂ ਦੇ ਲੋਕ ਨੇ, ਇਹ ਕਿਉਂ ਇੱਦਾਂ ਕਰਦੇ ਆ। ਇਹਨਾਂ ਦੀ ਜੋ ਵੇਸ਼ ਭੂਸਾ ਹੈ, ਜਿੱਦਾਂ ਦੇ ਇਹਨਾਂ ਦੀ ਦਿੱਖ ਹੈ, ਕਿ ਉਹ ਵਾਕਈ ਇਹਨਾਂ ਨੂੰ ਇਹ ਸਭ ਕਰਨ ਵਿੱਚ ਇਹਨਾਂ ਨੂੰ ਜਿਹੜਾ ਵਾ ਉਹ ਸੂਟ ਕਰਦੀ ਹੈ। ਸੋ ਮੈਂ ਜ਼ਿਆਦਾ ਦੇਰੀ ਨਾ ਲਗਾਉਂਦਾ ਹੋਇਆ, ਆ ਤੁਸੀਂ ਦੇਖ ਸਕਦੇ ਹੋ ਇਹ ਉਹੀ ਵੀਰ ਹੈ ਜਿੰਦੀਆਂ ਅਸੀਂ ਪਹਿਲਾਂ ਜਿਹੜੀਆਂ ਵਾ 2-3 ਵੀਡੀਓ ਬਣਾ ਚੁੱਕੇ ਹਾਂ। ਸੋ ਜੋ ਇਹਦੀ ਬਿਆਨਬਾਜ਼ੀ ਸੀਗੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਇੱਧਰ, ਵੀਰ ਜੀ ਇੱਧਰ, ਕੀ ਕਰ ਰਹੇ ਹੋ ਵੀਰ ਜੀ ਤੁਸੀਂ? ਵੀਰ ਜੀ ਮੈਂ ਤੁਹਾਡੀ ਅਸਲ 'ਚ ਆਵਾਜ਼ ਸੁਣ ਲਈ ਸੀ ਪਹਿਲਾਂ ਵੀ, ਤੇ ਅਸੀਂ ਇਹ ਬੰਦਗੀ ਕਰਨ ਆਏ, ਆਪਦਾ ਰੱਬ ਦਾ ਨਾਂ ਲੈਣ ਆਏ ਆ, ਤੇ ਮੈਂ ਤੁਹਾਡੇ ਨਾਲ ਅੱਜ ਆਡਾ ਨਹੀਂ ਲਾਉਣਾ ਚਾਹੁੰਦਾ। ਮੈਂ ਸਹੀ ਗੱਲ ਤੁਹਾਨੂੰ ਦਿਲੋਂ ਕਹਿਣਾ ਪਿਆ। ਨਹੀਂ ਵੀਰ ਜੀ, ਕਿਹੜੀ ਬੰਦਗੀ ਹੋਈ ਹੈ? ਮਤਲਬ ਤੁਸੀਂ ਜੋ ਵੀ ਕਰ ਰਹੇ ਹੋ ਇਹ ਦੇਖੋ, ਜੇ ਕੋਈ ਗੱਲ ਕਰਨੀ ਹੈ ਸਾਡੀ ਜਗ੍ਹਾ ਤੋਂ ਪਾਸੇ ਹੋ ਕੇ ਕਰੋ। ਨਹੀਂ, ਜਗ੍ਹਾ ਤੋਂ ਮੈਂ ਮੰਨਦਾ ਤੁਹਾਡੀ, ਇਹ ਮੈਨੂੰ ਨਹੀਂ ਸਮਝ ਆਉਂਦੀ ਇਹ ਤੁਹਾਡੀ ਕਿੱਦਾਂ ਦਾ ਮੋਟਰ ਹੈ ਕਿ ਕੀ ਹੈ ਤੁਹਾਡਾ ਇਹ, ਤੇ ਮੇਰੀ ਸਮਝ ਤੋਂ ਵੈਸੇ ਤਾਂ ਬਾਹਰ ਆ। ਤੁਸੀਂ ਕਿੱਦਾਂ ਦੇ ਰਾਹਾਂ ਤੋਂ ਨਿਕਲ ਕੇ ਆਏ ਹੋ ਤੇ ਕਿੱਦਾਂ ਦੀ ਜਗ੍ਹਾ ਤੁਸੀਂ ਇਹ ਬਣਾ ਰੱਖੀ ਹੈ। ਚਲੋ ਤੁਹਾਡੀ ਨਿੱਜੀ ਪ੍ਰਾਪਰਟੀ ਹੈ, ਪਰ ਫਿਰ ਵੀ ਮੈਂ ਤੁਹਾਡੇ ਕੋਲ 2 ਮਿੰਟ ਦਾ ਸਮਾਂ ਤੁਹਾਨੂੰ ਇਸ ਕਰਕੇ ਮੈਂ ਆਇਆ ਵਾਂ, ਇਹ ਸਮਾਂ ਲੈਣ ਤੁਹਾਡੇ ਕੋਲੋਂ, ਕਿਉਂਕਿ ਤੁਹਾਡੇ ਕੁਝ ਵੀਰ ਭਰਾ ਨੇ ਉਹ ਆਪਦੀ ਔਕਾਤ ਦੇ ਹਿਸਾਬ ਨਾਲ ਸਾਨੂੰ ਇਨਵਾਈਟ ਕਰਦੇ ਪਏ। ਉਹਨਾਂ ਨੇ ਮਜਬੂਰ ਕਰਤਾ ਸਾਨੂੰ ਤੁਹਾਡੇ ਕੋਲੇ ਆਉਣ ਲਈ, ਉਹਨਾਂ ਨੇ ਸਾਨੂੰ ਮਜਬੂਰ ਕਰਤਾ, ਸੀ ਤਾਂ ਆਏ ਆ। ਉਹਨਾਂ ਦੀਆਂ ਜੋ ਉਹਨਾਂ ਦੀ ਭਾਸ਼ਾ ਸੀਗੀ ਨਾ, ਗਾਲਾਂ ਵਾਲੀ ਜਾਂ ਜੋ ਧਮਕੀ ਭਰੀਆਂ ਉਹਨਾਂ ਦੀ ਭਾਸ਼ਾ ਹੀ ਸਾਨੂੰ ਉਹਨਾਂ ਨੇ ਜਿਹੜੀ ਬੋਲੀ ਹੈ, ਠੀਕ ਹੈ, ਉਹਨਾਂ ਨੇ ਸਾਨੂੰ ਮਜਬੂਰ ਕਰਤਾ ਜੀ ਤੁਹਾਡੇ ਕੋਲੇ ਆਉਣ ਲਈ। ਤੁਸੀਂ ਸੋ ਆਪਦਾ ਜੋ ਅੱਜ ਤੁਸੀਂ ਕਰਨਾ ਚਾਹੁੰਦੇ ਆਪਦਾ ਤੁਸੀਂ ਕਰੋ, ਮੈਂ ਇਕੱਲਾ ਹੀ ਆਇਆ ਵਾਂ, ਬਿਲਕੁਲ ਤੁਹਾਡੇ ਪਿੱਛੇ ਆਇਆ ਵਾਂ। ਪਹਿਲੀ ਤਾਂ ਗੱਲ ਇਹ ਵੀ ਮੈਨੂੰ ਅੱਜ ਹਾਸਾ ਆ ਰਿਹਾ ਤੁਹਾਡੇ ਤੇ। ਕਿਉਂ ਜੀ? ਤੁਹਾਡੀਆਂ ਤੁਸੀਂ ਮਤਲਬ ਇੱਕ ਬੰਦੇ, ਮੇਰੀ ਹੁਣ ਨਿੱਜੀ ਜ਼ਿੰਦਗੀ ਹੈ। ਪਹਿਲੀ ਗੱਲ ਮੇਰੀ ਮੋਟਰ ਹੈ, ਮੈਂ ਇੱਧਰ ਦੀ ਆਵਾਂ, ਮੈਂ ਮੇਨ ਆਪਦੇ ਸੜਕ ਥਾਣੀ ਆਵਾਂ, ਮੈਂ ਡਾਂਡੇ ਮਿੰਡੇ ਆਵਾਂ, ਮੇਰੀ ਮਰਜ਼ੀ ਹੈ, ਤੁਸੀਂ ਮੈਨੂੰ ਰੋਕ ਨਹੀਂ ਸਕਦੇ। 1 ਮਿੰਟ ਹੁਣ ਮੇਰੀ ਗੱਲ ਸੁਣਿਓ। ਨੰਬਰ 2 ਤੇ ਮੈਂ ਆਇਆ ਇੱਥੇ ਝੱਟ ਘੜੀ ਰੱਬ ਨਾਲ ਗੱਲਾਂ ਕਰਨ, ਆਪਦੇ ਪਰਮਾਤਮਾ ਨਾਲ, ਠੀਕ ਹੈ। ਮੈਂ ਚਾਦਰ ਚੜਾਉਣ ਆਇਆ, ਤੁਸੀਂ ਵੇਖ ਸਕਦੇ ਜੇ, ਤੇ ਚੰਗਾ ਨਹੀਂ ਲੱਗਦਾ। ਵੇਖੋ ਠੀਕ ਹੈ, ਤੁਸੀਂ ਆਪਦੀ ਇਹ ਕੋਈ ਪੱਤਰਕਾਰੀ ਨਹੀਂ ਗੀ ਵੀ ਕੈਮਰਾ ਚੁੱਕ ਕੇ ਫੋਨ ਚੁੱਕ ਕੇ ਜਿੱਥੇ ਮਰਜ਼ੀ ਤੁਰੇ ਫਿਰੋ। ਸਾਨੂੰ ਅਸੀਂ ਜੇ ਝੱਟ ਘੜੀ ਅੱਜ ਬੰਦਗੀ ਕਰਨੀ, ਆਪਦੇ ਰੱਬ ਨਾਲ ਗੱਲਾਂ ਕਰਨੀਆਂ, ਸਾਨੂੰ ਕਰ ਲੈਣ ਦਿਓ, ਅਸੀਂ ਉਹਦੇ ਨਾਂ 'ਚ ਰੰਗੇ ਹੋਏ ਆ। ਚਲੋ ਠੀਕ ਹੈ, ਤੁਸੀਂ ਜੋ ਕਰਨਾ ਨਿੱਜੀ ਤੌਰ ਤੇ ਕਰੋ, ਪਰ ਸਾਡੀ ਵੀ ਰਿਸਪੌਂਸਿਬਿਲਿਟੀ ਹੁੰਦੀ ਹੈ, ਕੋਈ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਲੋਕਾਂ ਨੂੰ ਦਿਖਾਉਣ ਦੀਆਂ, ਕਿ ਜੋ ਤੁਹਾਡੀਆਂ ਨਹੀਂ ਪਾਸੇ ਆ ਜੀ ਅਸੀਂ ਤੁਹਾਡੇ ਬਿਲਕੁਲ ਇਹ ਵੈਸੇ ਅਸੀਂ ਪਾਸੇ ਹੋ ਜਾਈਏ ਤਾਂ ਚੰਗੀ ਗੱਲ ਹੀ, ਕਿਉਂਕਿ ਜੋ ਇੱਥੇ ਖਲਾਰਾ ਪਿਆ ਹੋਇਆ ਸਾਡਾ ਖੜਨ ਨੂੰ ਇੱਥੇ ਜੀ ਨਹੀਂ ਕਰਦਾ। ਮੇਰੀ ਗੱਲ ਸੁਣੋ 1 ਮਿੰਟ, ਗੱਲ ਸੁਣੋ। ਮੇਰੇ ਪਰਿਵਾਰ ਨੇ ਵੀ ਮੱਥਾ ਟੇਕਣ ਆਉਣਾ, ਠੀਕ ਹੈ ਜੀ, ਅਸੀਂ ਵੀ ਪਰਿਵਾਰਾਂ ਵਾਲੇ ਆ, ਧੀਆਂ ਭੈਣਾਂ ਵਾਲੇ ਆ, ਉਹਨਾਂ ਨੇ ਵੀ ਹੁਣੇ ਆਉਣਾ। ਸਾਡਾ ਯਾਰ ਅਸੀਂ ਮੰਨਦੇ ਆ ਬਾਈ, ਸਾਡੇ ਸ਼ੁਰੂ ਤੋਂ ਲੈ ਕੇ ਪਹਿਲੋਂ ਲੈ ਮੰਨਦੇ ਆ ਯਾਰ ਬਾਈ। ਜੇ ਤੁਸੀਂ ਹੁਣ ਕਹਿੰਦੇ ਹੋ ਨਾ, ਮੈਨੂੰ ਪਤਾ ਸਾਨੂੰ ਅੱਗੇ ਵੀ ਲੋਕ ਕਹਿੰਦੇ ਆ ਵੀ ਤੁਸੀਂ ਦਾੜੀ ਰੱਖੀ, ਤੁਸੀਂ ਫਲਾਣ ਕੀਤਾ, ਬਾਈ ਜੇ ਅਸੀਂ ਛੱਡਦੇ ਆ ਸਾਨੂੰ ਭਾਰਾ ਬਹੁਤ ਪੈਂਦਾ, ਕੀ ਕਰੀਏ? ਕੀ ਭਾਰਾ ਪੈਂਦਾ ਜੀ ਤੁਹਾਨੂੰ?
ਭਾਰਾ ਪੈਂਦਾ ਬਈ, ਸਾਡੇ ਵੱਡੇ ਵਡੇਰੇ ਮੰਨਦੇ ਸੀ, ਹੁਣ ਦੱਸੋ ਕੀ ਕਰੀਏ। ਵੀਰ ਜੀ ਤੁਹਾਡੇ ਪਹਿਲੋਂ ਵੱਡੇ ਨਹੀਂ ਵਡੇਰੇ ਮੰਨਦੇ ਮੰਨਦੇ ਸੀ। ਸੀ, ਮੈਂ ਤੁਹਾਡੀ ਗੱਲ ਮੰਨਦਾ, ਤੁਹਾਡੇ ਵੱਡੇ ਵਡੇਰੇ। ਆ ਜਾਓ ਬਾਈ ਜੀ, ਜਗ੍ਹਾ ਨਾ ਵਿੱਚ ਤੁਸੀਂ। ਨਹੀਂ ਮੈਂ ਤੁਹਾਨੂੰ ਠੀਕ ਹੈ ਚਲੋ ਨਹੀਂ ਲਿਆਉਂਦੇ ਵਿੱਚ ਜਗ੍ਹਾ। ਮੈਂ ਤਾਂ ਕੁਝ ਵੀ ਨਹੀਂ ਕੀਤਾ, ਨਾ ਮੈਂ ਕੋਈ ਧਮਕੀ, ਨਾ ਮੈਂ ਕੋਈ ਫੋਨ ਲਵਾਇਆ। ਸਾਡੇ ਕੋਲ ਰਿਕਾਰਡਿੰਗ ਪਈ ਹੋਈ ਹੈ ਜੀ, ਇਹ ਤੁਹਾਨੂੰ ਅਸੀਂ ਰਿਕਾਰਡਿੰਗ ਸੁਣਾ ਦਈਏ। ਬਾਈ ਹੁਣ ਮਸਲਾ ਦੱਸੋ ਕੀ ਹੈ। ਮਸਲਾ ਬਿਲਕੁਲ ਇਹ ਹੈ ਜੀ, ਅਸੀਂ ਤੁਹਾਡੇ ਕੋਲੇ ਵੈਸੇ ਤਾਂ ਉਹ ਜੋ ਤੁਹਾਡੇ ਭਰਾਵਾਂ ਨੇ ਜਾਂ ਜੋ ਤੁਹਾਡੇ ਵੀ ਬੰਦੇ ਨੇ ਜਿਹੜੇ ਵੀ, ਉਹ ਵੀ ਆਪਦੇ ਆਪ ਨੂੰ ਜੱਟ ਕਹਿੰਦੇ ਸੀਗੇ ਕਿ ਅਸੀਂ ਇਹ ਕਰ ਦਿੰਨੇ ਹੁੰਨੇ, ਅਸੀਂ ਉਹ ਕਰ ਦਿੰਨੇ ਹੁੰਨੇ ਆ, ਤੇ ਉਹ ਸਾਨੂੰ ਕੁਝ ਵੇਖਣ ਵਿਖਾਉਣ ਦੀਆਂ ਗੱਲਾਂ ਕਰਦੇ ਪਏ ਸੀਗੇ। ਅਸੀਂ ਆਖਿਆ ਚਲੋ ਕੋਈ ਗੱਲ ਨਹੀਂ, ਅਸੀਂ ਤੁਹਾਡੇ ਕੋਲੇ ਆਉਂਦੇ ਆ ਤੇ ਤੁਸੀਂ ਬੈਠ ਕੇ ਵਿਚਾਰੋ ਕੀ ਕਰਨਾ ਚਾਹੁੰਦੇ ਜੇ, ਜਾਂ ਜੋ ਤੁਸੀਂ ਕਰਨਾ ਕਰੋ, ਠੀਕ ਹੈ। ਪਰ ਜਦੋਂ ਇੱਥੇ ਆ ਕੇ ਉਹਨਾਂ ਨੇ ਸਾਨੂੰ ਤੁਹਾਡਾ ਇਹ ਪਤਾ ਦੱਸਿਆ ਵੀ ਤੁਸੀਂ ਇੱਥੇ ਆ ਕੇ ਆ ਕਰਤੂੰਤਾ ਕਰਦੇ ਜੇ ਇੱਥੇ। ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਤੁਸੀਂ ਦਿਨ ਰੱਖੇ ਹੋਏ ਨੇ, ਤੁਸੀਂ ਇਹ ਕੁਝ ਕਰਦੇ ਹੋ। ਪਹਿਲੀ ਤਾਂ ਗੱਲ ਇਹ ਹੈ, ਮੈਨੂੰ ਤੁਹਾਡੇ ਤੇ ਹਾਸਾ ਆ ਰਿਹਾ। ਤੁਹਾਨੂੰ ਜਿੱਦਣ ਫੜਨਾ ਨਾ, ਤੁਹਾਨੂੰ ਜਿਹੜੀ ਜਗ੍ਹਾ ਤੇ ਮੈਂ ਅੱਜ ਆਪਦੇ ਦਿਲੋਂ, ਮੇਰੀ ਬਦਦੁਆ ਤੁਹਾਨੂੰ ਲੱਗਣੀ, ਮੈਂ ਜਿਹੜੀ ਜਗ੍ਹਾ ਤੇ ਅੱਜ ਬੰਦਗੀ ਕਰਨਾ ਆ, ਮੈਂ ਉਹਦੇ ਮੁਰਸ਼ਿਦ ਨਾਲ ਗੱਲ ਕਰਕੇ ਉਹਦੇ ਨਾਲ ਹੱਸਦਾ ਪਿਆ। ਤੁਸੀਂ ਕਦੇ ਮੁਰਸ਼ਿਦ ਦੇਖਿਆ? ਤੁਸੀਂ ਦੇਖਿਆ ਕਦੇ ਮੁਰਸ਼ਿਦ ਆਪਦਾ? ਮੈਂ ਉਹਦੇ ਨਾਲ ਹੱਸਦਾ ਪਿਆ, ਅੱਜ ਮੇਰੀ ਤਾਰ ਜੁੜੀ ਹੋਈ ਉਹਦੇ ਨਾਲ, ਮੈਂ ਉਹਦੇ ਨਾਲ ਹੱਸ ਕੇ ਤੇਰੇ ਵੱਲ ਵੇਖ ਕੇ, ਓਏ ਤੈਨੂੰ ਉਹ ਸਜ਼ਾ ਦੇਵੇਗਾ, ਤੈਨੂੰ ਠਾ ਕੇ ਮਾਰੇਗਾ ਰਾਤਾਂ ਨੂੰ। ਤੂੰ ਕਹਿਣਾ ਮੈਨੂੰ ਛੱਡ ਦੋ, ਤੈਨੂੰ ਛੱਡਣਾ ਨਹੀਂ। ਮੈਂ ਕਹਿੰਦਾ ਜੀ ਉਹਨੇ ਜੋ ਕਰਨਾ ਤੁਹਾਡੇ ਮੁਰਸ਼ਿਦ ਨੇ ਮੇਰੇ ਨਾਲ ਕਰੇ, ਪਰ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਪੱਤਰਕਾਰ ਹੋਣ ਦੇ ਨਾਤੇ ਕਿ ਮੈਂ ਲੋਕਾਂ ਨੂੰ ਜਿਹੜਾ ਵਾ ਦੇਖੋ ਜੀ ਤੁਹਾਡੀਆਂ ਜੋ ਕਰਤੂਤਾਂ ਨੇ ਜਾਂ ਜੋ ਤੁਸੀਂ ਆਪ ਵਿਖਾਉਣੇ ਪਏ ਹੋ ਨਾ ਸਾਨੂੰ, ਤੁਸੀਂ ਜੋ ਵੀ ਆਪਦਾ ਆਪ ਵਿਖਾਉਣੇ ਪਏ ਹੋ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੇ ਨਾਲ ਕੀ ਕਿਹਾ ਜਾਵੇ ਤੁਹਾਨੂੰ, ਜਾਂ ਤੁਸੀਂ ਕੀ ਚਾਹੁੰਦੇ ਹੋ। ਕਿਉਂਕਿ ਤੁਹਾਡੀ ਜੋ ਵੇਸ਼ਭੂਸ਼ਾ, ਮੈਂ ਤਾਂ ਤੁਹਾਡੇ ਅੱਗੇ ਬੇਨਤੀ ਕਰਨ ਆਇਆ ਜੀ, ਪਲੀਜ਼ ਆਪਦੀ ਵੇਸ਼ਭੂਸ਼ਾ ਜਾਂ ਤਾਂ ਬਦਲ ਲਓ ਤੇ ਜਾਂ ਸਾਨੂੰ ਸਾਬਤ ਕਰ ਦਿਓ ਵੀ ਇੱਥੇ ਕੁਝ ਹੈਗਾ। ਕੀ ਹੈਗਾ ਜੀ ਇੱਥੇ? ਬਾਈ ਮੇਰੀ ਗੱਲਬਾਤ ਹੁੰਦੀ ਵੀ ਉੱਤੇ ਦਰਸ਼ਕੋ ਹੋ ਗਿਆ ਹੋ ਗਿਆ ਕੰਮ, ਬੱਲੇ ਕੰਮ ਹੋ ਜਾਣਾ, ਕੰਮ ਹੋ ਜਾਣਾ ਬਾਈ ਜੀ ਤੁਹਾਡਾ। ਰਾਤ ਨੂੰ ਤੁਹਾਨੂੰ ਨਾ 12 ਵਜੇ ਤੋਂ ਪਹਿਲੋਂ ਤੇ 11 ਵਜੇ ਤੋਂ ਮਗਰੋਂ ਤੁਹਾਨੂੰ ਪਤਾ ਲੱਗ ਜੂ। ਮੇਰੀ ਗੱਲ ਹੋ ਗਈ ਬਾਈ ਉੱਤੇ। ਚਲੋ ਜੀ ਥੋੜਾ ਜਿਹਾ ਮੈਂ ਕੋਸ਼ਿਸ਼ ਕਰਾਂਗਾ, ਇਹਨਾਂ ਤੁਹਾਡੇ ਅੱਗੇ ਬੇਨਤੀ ਕਰੂੰਗਾ ਥੋੜਾ ਜਿਹਾ ਸੀਰੀਅਸ ਹੋ ਕੇ ਸਾਡੇ ਨਾਲ ਥੋੜੇ ਵਿਚਾਰ ਕਰ ਲਓ, ਕਿਉਂਕਿ ਇੰਨੇ ਵੇਲੇ ਅਸੀਂ ਵੀ ਹੈ ਨਹੀਂਗੇ ਤੁਹਾਡੇ ਇਨਵਾਈਟ ਕਰਨ ਤੇ ਅਸੀਂ ਇੱਥੇ ਪਹੁੰਚੇ ਹਾਂ, ਤੇ ਇੰਨੇ ਵੇਲੇ ਅਸੀਂ ਵੀ ਹੈ ਨਹੀਂਗੇ ਕਿ ਤੁਹਾਨੂੰ ਅਸੀਂ ਮਤਲਬ ਤੁਹਾਡਾ ਟਾਈਮ ਪਾਸ ਕਰਵਾ ਸਕੀਏ, ਠੀਕ ਹੈ। ਤੇ ਤੁਸੀਂ ਸਾਨੂੰ ਇੱਕ ਸਾਨੂੰ ਚਲੋ ਜਾਣਕਾਰੀ ਦਿਓ। ਮੈਨੂੰ ਰਾਂਝੇ ਦੀ ਵੰਜਲੀਆਂ ਹੋ ਗਿਆ ਜੀ ਤੁਹਾਡਾ? ਕੋਠੇ ਦੀ ਕੰਜਰੀ ਨਹੀਂ, ਮੈਂ ਸਾਈਆਂ ਦੀ ਕੰਜਰੀਆਂ, ਸਾਈਆਂ ਦੀ ਕੰਜਰੀ। ਗੱਲ ਹੋ ਗਈ ਬਾਈ ਮੇਰੀ, ਗੱਲ ਹੋ ਗਈ ਮੇਰੀ ਉੱਤੇ। ਜਾਓ ਤੁਸੀਂ ਜਾਓ, ਮਾਫ ਕੀਤਾ ਤੁਹਾਨੂੰ। ਨਹੀਂ ਸਾਨੂੰ ਮਾਫ ਨਾ ਕਰੋ ਜੀ, ਅਸੀਂ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਾਂ, ਸਾਨੂੰ ਮਾਫ ਨਾ ਕਰੋ, ਸਾਨੂੰ ਆਪਦਾ ਇਹ ਮੁਰਸ਼ਦ ਵਿਖਾਓ, ਠੀਕ ਹੈ ਜੀ। ਤੇ ਪਰ ਮੈਂ ਕੁਝ ਤੁਹਾਡੇ ਨਾਲ ਜਿਹੜੇ ਇੱਕ ਸਵਾਲ ਕਰਨ ਆਇਆ ਤੁਹਾਨੂੰ ਤੁਹਾਡੇ ਇਨਵਾਈਟ ਕਰਨ ਤੋਂ ਬਾਅਦ, ਕਿਉਂਕਿ ਜੋ ਤੁਸੀਂ ਭਾਸ਼ਾ ਵਰਤੀ ਮੈਂ ਤੁਹਾਡੇ ਨਾਲ ਉਹ ਭਾਸ਼ਾ ਨਹੀਂ ਵਰਤਣੀ ਚਾਹੁੰਦਾ, ਤੇ ਪਰ ਮੈਂ ਤੁਹਾਨੂੰ ਕੁਝ ਕੁ ਸਵਾਲ ਕਰਨੇ ਚਾਹੁੰਦਾ ਜੀ, ਉਹ ਕਰ ਸਕਦੇ ਹਾਂ? ਦੱਸੋ ਜੀ। ਬਾਈ ਜਿਹੜੇ ਮਰਜ਼ੀ ਸਵਾਲ ਕਰ, ਅੱਜ ਤਾਂ ਦਿਲੋਂ ਹੀ ਤਾਰਾਂ ਜੁੜੀਆਂ, ਦਿਲੋਂ ਹੀ ਜਵਾਬ ਦੇਵਾਂਗੇ ਮੈਂ ਸਾਰੀਆਂ ਗੱਲਾਂ। ਸਾਨੂੰ ਪਹਿਲਾਂ ਤੁਸੀਂ ਇਹ ਦੱਸੋ ਵੀ ਇੱਥੇ ਕੁਝ ਹੈਗਾ? ਬਾਈ ਜੀ ਸਾਰਾ ਕੁਝ ਹੈਗਾ ਹੀ ਇੱਥੇ ਆ, ਦੁਨੀਆ ਦੀ। ਕੀ ਹੈਗਾ ਜੀ ਇੱਥੇ? ਵੇਖੋ ਜੀ, ਪੁੱਤ ਦੀ ਦਾਤ ਸਾਨੂੰ ਇੱਥੋਂ ਮਿਲੀ ਹੈ, ਠੀਕ ਹੈ ਜੀ। ਅਸੀਂ ਸਾਡੀਆਂ ਗਾਵਾਂ ਮਰਦੀਆਂ ਸੀ ਹਰੇਕ ਸਾਲ, ਆਏ ਸਾਲ ਸਾਡੀਆਂ ਗਾਵਾਂ 2-3 ਗਾਵਾਂ ਸਾਡੀਆਂ ਸੱਜਰ ਸੂਈਆਂ ਵੀ ਮਰੀਆਂ ਬਾਈ ਜੀ, ਸਾਨੂੰ ਪਤਾ। ਅਸੀਂ ਜਦੋਂ ਦਾ ਇੱਥੇ ਹੁਣ ਮਾਰੇ ਕਿਰਪਾ ਨਾਲ ਅਸੀਂ ਭੰਡਾਰਾ ਵੀ ਕਰਾਈਦਾ, ਤੇ ਇੱਥੇ ਸਾਡਾ ਹੁਣ ਲਹਿਰਾਂ ਬਹਿਰਾਂ ਦੁੱਧ ਪੁੱਤ ਦੀ ਦਾਤ। ਤੁਸੀਂ ਡੈਨਮਾਰਕ ਦਾ ਨਾਮ ਸੁਣਿਆ? ਇੱਕ ਮੁਲਕ ਹੈ ਡੈਨਮਾਰਕ ਬਾਈ ਜੀ, ਸਾਨੂੰ ਦੁੱਧ ਪੁੱਤ ਦੀ ਦਾਤ ਇੱਥੋਂ ਹੀ ਮਿਲੀ ਹੈ। ਨਹੀਂ ਮਿਲੀ ਹੋਊਗੀ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉੱਥੋਂ ਦੀਆਂ ਤੁਸੀਂ ਕਦੇ ਗਾਵਾਂ ਸੁਣੀਆਂ ਕਿੰਨਾ ਦੁੱਧ ਦਿੰਦੀਆਂ, ਜਾਂ ਤੁਸੀਂ ਕਿੰਨਾ ਉੱਥੇ ਜਿਹੜਾ ਵਾ ਉੱਥੇ ਬੜੇ ਵਧੀਆ ਚੈੱਕਅਪ ਹੁੰਦੇ ਨੇ ਤੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਤੋੜ ਸਕਿਆ ਹਜੇ ਤੱਕ, ਮਤਲਬ ਜਿੰਨਾ ਉੱਥੇ ਦੁੱਧ ਉੱਥੇ ਪੈਦਾ ਹੁੰਦਾ ਹੈ ਨਾ, ਉਹਦਾ ਕੋਈ ਰਿਕਾਰਡ ਨਹੀਂ ਤੋੜ ਸਕਿਆ। ਚਲੋ ਮੰਨ ਲੈਂਦੇ ਆ ਵੀ 1 ਮਿੰਟ ਲਈ ਮੰਨ ਲੈਂਦੇ ਕਿ ਤੁਹਾਡਾ ਸਭ ਕੁਝ ਇੱਥੇ ਹੈਗਾ, ਇੱਥੋਂ ਦੁੱਧ ਵੀ ਮਿਲਦਾ ਪੁੱਤ ਵੀ ਮਿਲਦਾ, ਮੰਨ ਲੈਂਦੇ ਤੁਹਾਡੇ ਕਹਿਣ ਤੇ, ਪਰ ਉਹਨਾਂ ਦਾ ਰਿਕਾਰਡ ਕਿਉਂ ਨਹੀਂ ਤੋੜ ਸਕੇ ਤੁਸੀਂ ਉੱਥੇ? ਬਾਈ ਜੀ ਠੰਡੇ ਮੁਲਕ ਨੇ ਉਹ ਸਾਡੇ, ਹੁਣ ਇੱਥੇ ਗਰਮੀ ਤੁਸੀਂ ਵੇਖਿਆ ਕਿੰਨੀ ਗਰਮੀ ਪੈਂਦੀ ਹੈ। ਗਰਮੀ ਤਾਂ ਹੋਰ ਮੁਲਕਾਂ 'ਚ ਵੀ ਬਹੁਤ ਪੈਂਦੀ ਹੈ ਜੀ, ਪਰ ਉੱਥੇ ਵੀ ਗਾਵਾਂ, ਉੱਥੇ ਤਾਂ ਕਦੇ ਕੋਈ ਐਦਾਂ ਮੜੀਆਂ ਮਸਾਣੀਆਂ ਤੇ ਨਹੀਂ ਫਿਰਦਾ ਗਾ। ਨਾਲੇ ਆਹ ਜੋ ਵੇਸ਼ਭੂਸ਼ਾ ਤੁਹਾਡੀ ਹੈ, ਤੁਸੀਂ ਇੱਕ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਦਾੜਾ ਰੱਖਿਆ ਹੋਇਆ ਹੈ, ਤੁਸੀਂ ਸਿਰ ਤੇ ਦਸਤਾਰ ਸਜਾਈ ਹੋਈ ਹੈ, ਤੁਸੀਂ ਐਡਾ ਸੋਹਣੇ ਰੰਗ ਦਾ ਜਿਹੜਾ ਵਾਹ ਪਰਨਾ ਗਲ ਵਿੱਚ ਪਾਇਆ ਹੋਇਆ ਹੈ, ਤੇ ਮਤਲਬ ਇਹ ਚੀਜ਼ ਤੁਹਾਨੂੰ ਤਾਂ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ। ਭਾਈ ਮੈਨੂੰ ਨਾ ਸਹੀ ਦੱਸਾਂ, ਮੈਨੂੰ ਤੁਹਾਡੇ ਤੇ ਅੱਜ ਹਾਸਾ ਆਉਂਦਾ ਪਿਆ। ਵੇਖੋ
ਇਹ ਜਿਹੜੀਆਂ ਰੂਹ ਨਾਲ ਜੁੜੀਆਂ ਜਿਹੜੀਆਂ ਇਹ ਗੱਲਾਂ ਨੇ ਨਾ, ਤੁਸੀਂ ਨਹੀਂ ਸਮਝ ਸਕਦੇ। ਅਸੀਂ ਜੇ ਦਾੜਾ ਰੱਖਿਆ, ਅਸੀਂ ਬਾਈ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਸਿੱਖ ਧਰਮ ਨੂੰ ਵੀ ਮੰਨਦੇ ਆਂ ਬਾਈ। ਪਰ ਮੁਸਲਮਾਨਾਂ ਨੂੰ ਤਾਂ ਤੁਸੀਂ ਬਹੁਤ ਦੁਖੀ ਕੀਤਾ ਹੋਇਆ ਜੀ। ਸਾਡੇ ਕਈ ਵਾਰੀ ਵਿਚਾਰ ਹੁੰਦੀਆਂ ਨੇ ਉਹਨਾਂ ਨਾਲ, ਉਹ ਕਹਿੰਦੇ ਜੀ ਅਸੀਂ ਤਾਂ ਬਿਲਕੁਲ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੈਗੇ। ਕੋਈ ਮੁਸਲਮਾਨ ਨੂੰ ਅਸੀਂ ਦੁਖੀ ਨਹੀਂ ਕੀਤਾ ਬਾਈ ਜੀ, ਸਾਡਾ ਇਹ ਵੀ ਮੁਸਲਮਾਨਾਂ ਦਾ ਹੀ ਬਾਈ ਧਰਮ ਹੈ, ਉਸ ਕੌਮ ਦਾ ਹੀ ਧਰਮ ਹੈ ਬਾਈ ਜੀ, ਅਸੀਂ ਇਹਨੂੰ ਮੰਨਦੇ। ਅਸੀਂ ਤਾਂ ਤੁਸੀਂ ਬਾਣੀ ਮੇਰੇ ਵੇਸ਼ਭੂਸ਼ਾ ਦੀ ਗੱਲ ਕੀਤੀ, ਗੱਲ ਸੁਣੋ, ਮੇਰੇ ਸਰੂਪ ਦੀ ਗੱਲ ਕੀਤੀ ਹੈ ਬਾਈ ਜੀ। ਦਾੜਾ ਪ੍ਰਕਾਸ਼ ਹੈ, ਮਹਾਰਾਜ ਦੀ ਪੂਰੀ ਕਿਰਪਾ ਹੈ, ਠੀਕ ਹੈ। ਅਸੀਂ ਆਪਦਾ ਮੈਂ ਗੁਰਦੁਆਰੇ ਵੀ ਬਾਈ ਜੀ 2 ਟਾਈਮ ਜਾਣਾ, ਠੀਕ ਹੈ ਨਾ। ਅਸੀਂ ਤੁਹਾਡਾ ਗੁਰਦੁਆਰਾ ਸਾਨੂੰ ਇਹ ਸਭ ਕੁਝ ਅਲਾਉਡ ਕਰਦਾ ਵਾ ਬਾਈ ਜੀ? ਗੁਰੂ ਨਾਨਕ ਦੇਵ ਨੇ ਕਿਸੇ ਧਰਮ ਨੂੰ ਮਾੜਾ ਨਹੀਂ ਆਖਿਆ ਬਾਈ ਜੀ। ਗੁਰੂ ਨਾਨਕ ਦੇਵ ਜੀ ਨੇ ਇਹ ਵੀ ਨਹੀਂ ਨਾ ਆਖਿਆ ਤੁਸੀਂ ਮੜੀਆਂ ਮਸਾਣੀਆਂ ਦੇ ਤੁਰੇ ਫਿਰੋ। ਬਾਈ ਜੀ ਵੇਖੋ ਤੁਸੀਂ, ਫਿਰ ਗੱਲ ਉਹੀ ਹੈ ਵੀ ਕੋਈ ਮਾੜਾ ਨਹੀਂ ਹੁੰਦਾ, ਕੋਈ ਵੀ ਧਰਮ ਮਾੜਾ ਨਹੀਂਗਾ। ਤੁਸੀਂ ਪਹਿਲਾਂ ਜਿਹੜੀ ਗੱਲ ਤੇ ਆਏ ਸੀ ਨਾ, ਉੱਥੇ ਰਹੋ। ਮੁਸਲਮਾਨ ਨੂੰ ਤੁਸੀਂ ਕਿਹਾ ਨਾ ਵੀ ਤੁਸੀਂ ਉਹਨਾਂ ਨੂੰ ਵੀ ਤੰਗ ਕਰਦੇ, ਅਸੀਂ ਉਹਨਾਂ ਨੂੰ ਕਿਉਂਕਿ ਸਾਨੂੰ ਮੁਸਲਮਾਨ ਵੀਰਾਂ ਨੇ, ਮੈਂ ਤੁਹਾਨੂੰ ਇੱਕ ਬੇਨਤੀ ਸੁਣਿਓ, ਕਿਉਂਕਿ ਸਾਨੂੰ ਨਾ, ਅਸੀਂ ਮਲੇਰਕੋਟਲੇ ਗਏ ਸੀਗੇ, ਉੱਥੋਂ ਦੇ ਅਸੀਂ ਜਿਹੜੇ ਪੂਰੇ ਮੁਸਲਮਾਨ ਨੇ, ਪੱਕੇ ਮੁਸਲਮਾਨ ਨੇ, ਉਹਨਾਂ ਨੇ ਸਾਨੂੰ ਆਖਿਆ ਕਿ ਭਾਈ ਅਸੀਂ ਤਾਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ, ਨਾ ਸਾਡਾ ਕੁਰਾਨ ਸਾਨੂੰ ਕਹਿੰਦਾ, ਨਾ ਸਾਡਾ ਅੱਲਾ ਸਾਨੂੰ ਕਹਿੰਦਾ। ਇਹ ਤੁਹਾਡੇ ਜਿਹੜੇ ਸੋ ਕਾਲਡ ਸਿੱਖ ਨੇ ਨਾ, ਸੋ ਕਾਲਡ ਮਤਲਬ ਸੋ ਕਾਲਡ, ਦੇਖੋ ਜੀ ਤੁਹਾਨੂੰ ਦੱਸਦੀ, ਉਹ ਹੁੰਦੇ ਨੇ ਜਿਹੜੇ ਆਪਦੇ ਆਪ ਨੂੰ ਸਿੱਖ ਸਮਝਦੇ ਨੇ, ਠੀਕ ਹੈ। ਹੁੰਦੇ ਆ ਨਹੀਂ ਹੁੰਦੇ, ਉਹ ਗੁਰੂ ਸਾਹਿਬ ਜਾਣਦੇ ਨੇ। ਤੇ ਉਹ ਕਹਿੰਦੇ ਜੀ ਉਹਨਾਂ ਨੂੰ ਬਾਹਲੀ ਚਿਣਕ ਲੱਗੀ ਰਹਿੰਦੀ, ਉਹੀ ਮੜੀਆਂ ਮਸਾਣੀਆਂ ਤੇ ਤੁਰੇ ਫਿਰਦੇ ਨੇ, ਪਰ ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੈਗਾ। ਤੇ ਜੇ ਕਹਿੰਦੇ ਹੋ ਤਾਂ ਅਸੀਂ ਤੁਹਾਨੂੰ ਸਾਬਤ ਵੀ ਕਰ ਸਕਦੇ ਹਾਂ। ਜੀ ਤੁਸੀਂ, ਮੈਂ ਉਹੀ, ਮੇਰੀ ਤੁਸੀਂ ਗੱਲ ਪੂਰੀ ਨਹੀਂ ਹੋਣ ਦਿੱਤੀ, ਆਪਦੀ ਗੱਲ ਕਰਤੀ। ਤੁਸੀਂ ਕਹਿੰਦੇ ਅਸੀਂ ਉਹਨਾਂ ਨੂੰ ਤੰਗ ਕਰਦੇ ਆਂ ਬਾਈ ਜੀ। ਗੁਰਦੁਆਰੇ ਅਸੀਂ 2 ਟਾਈਮ ਜਾਂਦੇ ਆ, ਜੇ ਸਾਡੀ ਗ੍ਰਾਹੀ ਲੱਗਦੀ, ਸਾਡੀ ਸੇਵਾ ਲੱਗਦੀ, ਦੇਖਦੇ ਅਸੀਂ ਉਹ ਵੀ ਕਰਦੇ ਆ, ਠੀਕ ਹੈ ਬਾਈ। ਜਾਓ ਤੁਸੀਂ ਜਿੱਥੇ ਜਾਣਾ ਜਾਓ, ਪਰ ਆ ਜਿਹੜਾ ਦੋਗਲਾਪਨ ਕਿਉਂ? ਗੱਲ ਸੁਣੋ ਬਾਈ, ਅਸੀਂ ਚਾਦਰ ਵੀ ਚੜਾਈ ਦੀ ਏ, ਇਹ ਮੁਸਲਮਾਨ ਧਰਮ ਚ ਆਉਂਦਾ ਬਾਈ। ਅਸੀਂ ਮੁਸਲਮਾਨ ਧਰਮ ਦਾ ਵੀ ਦਿਲੋਂ ਆਦਰ ਕਰਦੇ ਆ, ਇਹਨਾਂ ਦਾ ਬਾਈ ਭਾਰਾ ਬਹੁਤ ਹੁੰਦਾ, ਬਾਅਦ ਚ ਲੋਟ ਨਹੀਂ ਆਉਂਦਾ। ਬਾਈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਹੁੰਦਾ ਹੋਊਗਾ ਜੋ ਤੁਹਾਡੇ ਨਾਲ ਹੁੰਦਾ ਹੋਊਗਾ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਪਿਆ ਵਾਂ, ਜੇ ਅਸੀਂ ਮੂੰਹ ਤੇ ਕਰਾ ਦਿਓ ਬਾਈ ਜੀ। ਜੇ ਅਸੀਂ ਕਰਵਾ ਦਿੱਤਾ ਤਾਂ ਫਿਰ ਛੱਡ ਦੋਗੇ ਸਭ ਕੁਝ ਕਰਨਾ? ਬਾਈ ਤੁਸੀਂ ਮੂੰਹ ਤੇ ਕਰਾਓ, ਮੈਨੂੰ ਪਤਾ। ਜੇ ਅਸੀਂ ਮੂੰਹ ਤੇ ਕਰਵਾ ਦਿੱਤਾ ਤੇ ਸਭ ਕੁਝ ਕਰਨਾ ਛੱਡ ਦੋਗੇ? ਬਾਈ ਸਾਡੇ ਵਡੇਰੇ ਮੰਨਦੇ ਆਉਂਦੇ ਆ ਬਾਈ। ਉਹ ਵਡੇਰਿਆਂ ਦੀ ਛੱਡੋ, ਉਹ ਤਾਂ ਅਨਪੜ੍ਹ ਸੀਗੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਉਹ ਤਾਂ ਅਨਪੜ੍ਹ ਸੀਗੇ। ਅਸੀਂ ਛੱਡਿਆ ਸੀ, ਸਾਨੂੰ ਭਾਰਾ ਬਹੁਤ ਪੈਂਦਾ ਬਾਈ, ਕੀ ਕਰੀਏ? ਤੁਹਾਨੂੰ ਜੋ ਵੀ ਹੁੰਦਾ, ਦੇਖੋ ਜੀ ਉਹ ਵਹਿਮ ਹੁੰਦਾ, ਉਹ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ। ਤੇ ਜੇ ਤੁਹਾਨੂੰ ਅਸੀਂ ਸਾਬਤ ਕਰਵਾ ਦਈਏ? ਕਿੱਥੋਂ ਸਾਬਤ ਕਰਾਓਗੇ ਦੱਸੋ? ਤੁਹਾਨੂੰ ਕਿਸੇ ਮਸਜਿਦ 'ਚ ਲੈ ਚੱਲਦੇ ਹਾਂ, ਤੁਹਾਨੂੰ ਉੱਥੇ ਜਿੰਨੇ ਵੀ ਸਾਡੇ ਮੁਸਲਮਾਨ ਵੀਰ ਨੇ, ਅਸੀਂ ਉਹਨਾਂ ਨਾਲ ਤੁਹਾਡੀ ਗੱਲ ਕਰਵਾ ਦਿੰਦੇ ਹਾਂ। ਬਾਈ ਜੀ ਗੱਲ ਤੁਸੀਂ ਕਰਾ ਦਿਓ ਜਿਹਦੇ ਨਾਲ ਕਰਾਉਣੀ ਹੈ, ਠੀਕ ਹੈ। ਤੇ ਵੇਖੋ ਛੱਡਣ ਵਾਲੀ ਗੱਲ ਰਹੀ, ਜਿਹੜੀ ਛੱਡਣ ਵਾਲੀ ਗੱਲ, ਇਹ ਤਾਂ ਕੁਛ ਨਹੀਂ ਕਹਿ ਸਕਦੇ। ਤੁਸੀਂ ਗੱਲ ਤਾਂ ਕਰਾਓ, ਸਾਨੂੰ ਪਤਾ ਵੀ ਇਹ ਮੁਸਲਮਾਨ ਧਰਮ ਦਾ ਜਿਹੜਾ ਸੰਬੰਧ ਰੱਖਦੇ, ਅਸੀਂ ਤਾਂ ਉਹਨੂੰ ਮੰਨਦੇ। ਵੀਰੇ ਮੈਨੂੰ ਲੱਗਦਾ ਹੈ ਕਿ ਜਿੱਦਾਂ ਜਿੱਦੀ ਇਹ ਇਨਸਾਨ ਹੈਗਾ ਵਾ, ਇਹ ਜੋ ਵੀ ਹੈ ਕੁਛ ਨਹੀਂ ਇਹਨੂੰ ਕਹਿ ਸਕਦੇ। ਮੈਨੂੰ ਲੱਗਦਾ ਨਹੀਂ, ਤੁਸੀਂ ਜੋ ਕਰਨਾ ਹੈ ਕਰੋ। ਤੇ ਪਰ ਮੈਂ ਤੁਹਾਨੂੰ ਇੱਕ ਚੀਜ਼, ਚਲੋ ਇਹਨਾਂ ਨੂੰ ਇੱਕ ਚੀਜ਼ ਸਾਬਿਤ ਅੱਜ ਕਰ ਦਈਏ, ਤੇ ਅੱਜ ਵੇਖ ਲੈਂਦੇ ਹਾਂ ਕਿੰਨੀ ਕੁ ਗੱਲ ਦੇ ਪੱਕੇ ਰਹਿੰਦੇ ਆ, ਠੀਕ ਹੈ। ਵੇਖ ਲੈਂਦੇ ਇਸ ਚੀਜ਼ ਲਈ ਅੱਜ ਕਿ ਇਹਨਾਂ ਚੀਜ਼ਾਂ ਨੂੰ ਛੱਡਦੇ ਆ ਕਿ ਨਹੀਂ ਛੱਡਦੇ। ਇਹਨਾਂ ਦੀ ਇੱਕ ਮੁਲਾਕਾਤ ਇੱਕ ਮੁਸਲਮਾਨ ਭਰਾ ਨਾਲ ਤੁਹਾਨੂੰ ਇੱਥੇ ਲੈ ਕੇ ਜਾਈਏ ਅਸੀਂ, ਤੁਸੀਂ ਚਲੇ ਜਾਓਗੇ ਨਾਲ? ਬਾਈ ਮੈਂ ਮੱਥਾ ਟੇਕ ਆਵਾਂ, ਚਲੇ ਜਾਂਦੇ ਆ ਬਾਈ। ਚਲੋ ਤੁਸੀਂ ਮੱਥਾ ਟੇਕੋ, ਆਪਦਾ ਜੋ ਤੁਸੀਂ ਕਰਨਾ ਹੈ ਕਰੋ। ਤੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਅੱਜ ਇਹਨਾਂ ਨੂੰ ਇੱਕ ਲੈ ਕੇ ਜਾਂਦੇ ਹਾਂ ਅਸੀਂ ਇੱਕ ਇੱਦਾਂ ਦੇ ਮੁਸਲਮਾਨ ਭਰਾਵਾਂ ਕੋਲੇ, ਤੇ ਫਿਰ ਅਸੀਂ ਦੇਖਦੇ ਹਾਂ ਅਸੀਂ ਮਤਲਬ ਕੀ ਉੱਥੇ ਅਸੀਂ ਸਾਬਿਤ, ਅਸੀਂ ਸੱਚੇ ਹੁੰਦੇ ਆ ਜਾਂ ਇਹ ਲੋਕ ਸੱਚੇ ਹੁੰਦੇ ਆ। ਹਾਂਜੀ ਦੋਸਤੋ, ਮੈਨੂੰ ਥੋੜਾ ਜਿਹਾ ਹਾਸਾ ਵੀ ਆ ਰਿਹਾ ਸੀਗਾ ਕਿ ਇਸ ਬੰਦੇ ਦੇ ਚਿਹਰੇ ਤੋਂ ਸਾਫ਼ ਝਲਕਦਾ ਪਿਆ ਵੀ ਹੁਣ ਇਹ ਕਿੰਨਾ ਕੁ ਡਰਿਆ ਹੋਇਆ ਵਾ, ਕਿਉਂਕਿ ਮੈਂ ਇਹਨੂੰ ਸੱਚੀ, ਇਹਨੂੰ ਨਹੀਂ ਸੀ ਇਸ ਚੀਜ਼ ਦੀ ਉਮੀਦ ਹੈਗੀ ਕਿ ਮੈਂ ਇਹਨੂੰ ਸੱਚੀ ਮਸਜਿਦ ਵਿੱਚ ਲੈ ਜਾਊਂਗਾ। ਸੋ ਮੈਂ ਇਹਨੂੰ ਲੈ ਕੇ ਜਾ ਰਿਹਾ ਇਸ ਬੰਦੇ ਨੂੰ, ਤੇ ਤੁਸੀਂ ਇਹਦੀ ਸ਼ਕਲ ਦੇਖ ਹੀ ਸਕਦੇ ਜੇ ਤੁਸੀਂ ਵੀ ਇਹ ਕਿੱਡੀ ਕੁ ਕਰਤੂਤ ਦਾ ਮਾਲਕ ਹੈਗਾ ਵਾ। ਸੋ ਚਲੋ ਹੁਣ ਪਹੁੰਚ ਗਏ ਅਸੀਂ ਆਪਣੇ ਇੱਥੇ ਜਾਮਾ ਮਸਜਿਦ ਦੇ ਵਿੱਚ, ਤੇ ਕਰਦੇ ਹਾਂ ਗੱਲਬਾਤ। ਦੋਸਤੋ ਅਸੀਂ ਚੱਲੇ ਹਾਂ ਮਸਜਿਦ ਦੇ ਵਿੱਚ, ਤੇ ਕਰਦੇ ਹਾਂ ਇੱਥੋਂ ਦੇ ਜਿਹੜੇ ਵੀ ਸਾਡੇ ਮੁਸਲਮਾਨ ਵੀਰ ਭਰਾ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਚਲੋ ਵੀਰ ਜੀ ਚਲੋ, ਡਰਨ ਵਾਲੀ ਕੋਈ ਗੱਲ ਨਹੀਂ ਹੈ। ਵੀਰ ਜੀ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਨਾ, ਜੋੜਾ ਲਾ ਕੇ ਅੰਦਰ ਜਾਈਦਾ। ਤੁਸੀਂ ਗੁਰੂ ਘਰ ਵਿੱਚ ਕਿਵੇਂ ਜਾਂਦੇ ਹੋ? ਤੁਸੀਂ ਇੰਨਾ ਵੀ ਡਰਨ ਵਾਲੀ ਗੱਲ ਨਹੀਂ, ਤੁਹਾਡੀ ਸ਼ਕਲ ਬਹੁਤ ਕੁਝ ਦੱਸਦੀ ਪਈ ਹੈ। ਆਪਣਾ ਮਾਰੇ ਤੋਂ ਡਰ ਕੇ ਕਹਿੰਦੇ ਪਏ, ਜਦੋਂ ਅਸੀਂ ਸਾਡੇ ਉਂਝ ਪੀਰਾਂ ਦੇ ਸਾਡੇ ਸਿਰ ਢਕਣ ਹੈ ਨਹੀਂ ਜ਼ਰੂਰੀ, ਜਿਹੜੇ ਸਾਡੇ ਮੁੰਨੇ ਆ ਮੁੰਡੇ ਕੋ ਸਿਰ ਨਹੀਂ ਢਕਦੇ। ਬਾਕੀ ਜੋੜੇ ਦੀ ਵੀ ਐਂ ਆ, ਹੁਣ ਖੇਤਾਂ 'ਚ ਕਰਕੇ ਅਸੀਂ ਜੋੜਾ ਪਾ ਕੇ ਚਲੇ ਜੀਦਾ ਉੱਥੇ, ਤਾਂ ਕਰਕੇ ਬਾਈ। ਤੁਸੀਂ ਹੁਣ ਖੇਤਾਂ ਵਿੱਚ ਤਾਂ ਫਿਰਦੇ ਨਹੀਂ ਹੋ, ਨਾ ਹੀ ਉਹਨਾਂ ਪੀਰਾਂ ਦੇ ਫਿਰਦੇ ਹੋ ਜਿਨ੍ਹਾਂ ਦੇ ਤੁਸੀਂ ਜਾਂਦੇ ਹੋ।
ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਨਾ, ਤੁਸੀਂ ਇੱਕ ਸਾਰੇ ਧਰਮ ਬਰਾਬਰ ਹੀ ਨੇ, ਸਾਰੇ ਧਰਮ ਬਰਾਬਰ ਨੇ ਬਾਈ। ਬਾਈ ਜੀ ਬਰਾਬਰ ਨੇ, ਤੇ ਤੁਸੀਂ ਜੋੜਾ ਤਾਂ ਗੁਰੂ ਘਰ ਵਿੱਚ ਜੋੜਾ ਲਾ ਕੇ ਜਾਂਦੇ ਆ, ਮੰਦਿਰ ਵਿੱਚ ਜੋੜਾ ਲਾ ਕੇ ਜਾਂਦੇ ਆ, ਤੁਹਾਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਹੈ ਨਾ। ਬਾਈ ਜੀ ਹੈ ਨਹੀਂ ਅੰਦਰ ਕੋਈ। ਮੈਂ ਕਰਦਾ ਜੀ ਗੱਲ, ਮੈਂ ਗੱਲ ਕਰਕੇ ਹੁਣੇ 1 ਮਿੰਟ 'ਚ ਤੁਹਾਨੂੰ ਦੱਸਦਾ। ਇੱਥੇ ਹੀ ਰਹੋ, ਹੁਣ ਭੱਜ ਨਾ ਜਾਓ ਮੇਰਾ ਵੀਰ ਜੀ, ਬੇਨਤੀ ਆ ਤੁਹਾਨੂੰ, ਠੀਕ ਹੈ। ਹਾਂਜੀ ਦੋਸਤੋ, ਇਮਾਮ ਸਾਹਿਬ ਆ ਗਏ ਆ, ਉਹ ਆਪਣੀ ਜਿਹੜੀ ਨਮਾਜ਼ ਅਦਾ ਕਰ ਰਹੇ ਆ, ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਡਰੇ ਹੋਏ ਨੇ ਇਹ। ਥੋੜਾ ਜਿਹਾ ਦ੍ਰਿਸ਼ ਦਿਖਾ ਦਈਏ ਤੁਹਾਨੂੰ। ਅਸੀਂ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਜਿਹੜੀ ਆ ਉਹ ਨਹੀਂ ਇੱਥੇ ਕਰਨੀ ਚਾਹੁੰਦੇ, ਸੋ ਇਸ ਕਰਕੇ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਕਿ ਅਸੀਂ ਇੰਤਜ਼ਾਰ ਕਰ ਲਈਏ। ਦੋਸਤੋ ਨਮਾਜ਼ ਜਿਹੜੀ ਆ ਅਦਾ ਹੋ ਗਈ ਹੈ, ਸੋ ਚਲੋ ਕਰਦੇ ਹੁਣ ਇਮਾਮ ਜੀ ਨਾਲ ਗੱਲ ਕਿ ਪੂਰੀ ਮਸਲੇ ਦੀ ਇਹਨਾਂ ਨੂੰ ਨਾਲੇ ਜਾਣਕਾਰੀ ਦਿੰਦੇ ਆ, ਤੇ ਨਾਲੇ ਇਸ ਵੀਰ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਭੁਲੇਖਾ ਹੈ, ਨਾਲੇ ਉਹ ਜਿਹੜਾ ਵਾ ਉਹ ਪੂਰਾ ਕਰ ਜਿਹੜਾ ਵਾ ਖਤਮ ਕਰਦੇ ਆ। ਅਸਲਾਮ ਵਾਲੇਕੁਮ ਇਮਾਮ ਜੀ। ਇਮਾਮ ਜੀ ਸਾਡੇ ਕੁਝ ਸਵਾਲ ਨੇ। ਸਾਡੀ ਇਸ ਵੀਰ ਨਾਲ ਜਿਹੜੀ ਆ ਕਾਫੀ ਦੇਰ ਤੋਂ ਬਹਿਸਬਾਜ਼ੀ ਹੋ ਰਹੀ ਸੀ, ਕਿਉਂਕਿ ਇਹ ਇੱਕ ਇੱਥੇ ਮੜੀ ਬਣੀ ਹੋਈ ਹੈ ਜੀ ਨਗਰ ਦੇ ਵਿੱਚ। ਉਸ ਮੜੀ ਨੂੰ ਬੜੀ ਉਹਨਾਂ ਦੀ ਪੂਜਾ ਕਰਦੇ ਆ, ਤੇ ਇਹ ਲਗਭਗ ਕਹਿੰਦੇ ਨੇ ਸਾਡਾ ਜੋ ਵੀ ਹੈਗਾ ਇਹੀ ਕੁਛ ਹੈ। ਤੇ ਤੁਸੀਂ ਆਪਣੇ ਤਜਰਬੇ ਨਾਲ ਦੱਸੋ, ਜਾਂ ਜੋ ਤੁਹਾਨੂੰ ਤੁਹਾਡੇ ਧਰਮ ਦੀ ਜਿਵੇਂ ਪੂਰੀ ਜਾਣਕਾਰੀ ਹੈ ਉਸ ਹਿਸਾਬ ਨਾਲ ਦੱਸੋ ਕਿ ਇਹ ਸਹੀ ਕਰ ਰਹੇ ਆ। सबसे पहले तो भाई आप लोगों का बहुत बहुत शुक्रिया कि आप लोगों को एक सच्चाई दिखाने जा रहे हो। और मज़हब के अंदर बहुत सारे ऐसे लोग हैं जिनका मज़हब इस्लाम से कोई लेना देना नहीं है। बहुत सारी ऐसी बातें हैं जो लोगों ने अपनी तरफ से मन गढ़ंत बनाई हुई है। अभी आप लोग बैठे थे अल्हम्दुलिल्लाह, देखो नमाज़ पढ़ी, हम आप लोग देख ही रहे हैं। ये सीधा और सच्चा इस्लाम यही है कि हमारे पैगंबर हज़रत मोहम्मद मुस्तफ़ा सल्लल्लाहु अलैहि वसल्लम ने हमें बताया है कि सिर्फ़ एक वाहिद अल्लाह के सामने आपको झुकना है, उसी को सजदा करना है, उसी के लिए तमाम तारीफ़ें हैं और उसी के लिए इबादत है। अभी मस्जिद में आप देख रहे हो कोई कब्र नहीं है, किसी पीर पैगम्बर फ़कीर का कोई फ़ोटो नहीं है। तो ये सीधा सच्चा इस्लाम यही है कि 5 वक्त अल्लाह के सामने उसकी हम्द व सना की जाए और लोगों को सच्चाई का रास्ता बताया जाए कि तमाम जहान का पालनहार एक है, वो वहदहु ला शरीक है, उसका कोई शरीक नहीं है, वो अकेला है बिल्कुल। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਲਈ। ਮੈਂ ਤੁਹਾਨੂੰ ਇੱਕ ਸਵਾਲ ਜਿਹੜਾ ਬਹੁਤ ਜ਼ਰੂਰੀ ਆ ਸਾਡੇ ਲੋਕਾਂ ਵਾਸਤੇ, ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਕਿ ਪੂਰੇ ਭਾਰਤ ਵਿੱਚ ਇੱਦਾਂ ਦੀਆਂ ਮੜੀਆਂ ਮਸਾਣੀਆਂ ਹੋਣਗੀਆਂ, ਪੰਜਾਬ ਦੇ ਵਿੱਚ ਵੀ ਉਸ ਮੁਕਾਬਲੇ ਬਹੁਤ ਜ਼ਿਆਦੀਆਂ ਜਿਹੜੀਆਂ ਮੜੀਆਂ ਮਸਾਣੀਆਂ ਬਣ ਰਹੀਆਂ ਨੇ ਅੱਜ ਕੱਲ੍ਹ, ਜਿੱਥੇ ਕਿ ਇਹੋ ਜਿਹੇ ਜਿਹੜੇ ਨੇ ਲੋਕ ਨੇ ਉਹ ਲਗਾਤਾਰ ਜਾਂਦੇ ਆਉਂਦੇ ਰਹਿੰਦੇ ਨੇ, ਪਤਾ ਨਹੀਂ ਡਰਦੇ ਕਿਉਂ ਨੇ। ਇਹ ਇੰਨਾ ਕੁ ਜ਼ਿਆਦਾ ਡਰਪੋਕ ਨੇ। ਜਦੋਂ ਇਹ ਲੋਕ, ਮੈਂ ਅਕਸਰ ਹੀ ਇਹਨਾਂ ਨਾਲ ਇਹ ਚੀਜ਼ਾਂ ਦੇ ਉੱਪਰ ਵਿਚਾਰ ਕਰਦਾ ਰਹਿੰਦਾ ਵਾਂ ਕਿ ਜਦੋਂ ਤੁਸੀਂ ਗੀਤ ਲਗਾਉਂਦੇ ਆ ਜਾਂ ਕੁਛ ਵੀ ਇੱਦਾਂ ਦੀ ਕਾਰਵਾਈ ਪਾਉਣੀ ਹੁੰਦੀ ਹੈ, ਤੁਹਾਡੇ ਤੋਂ ਵੱਧ ਕੋਈ ਫੁਕਰੀਆਂ ਨਹੀਂ ਮਾਰਦਾ, ਪਰ ਜਦੋਂ ਇੱਦਾਂ ਦਾ ਡਰਨ ਵਾਲਾ ਕੰਮ ਹੁੰਦਾ ਉਦੋਂ ਡਰਦੇ ਵੀ ਸਭ ਤੋਂ ਜ਼ਿਆਦਾ ਇਹਨਾਂ ਮੜੀਆਂ ਮਸਾਣੀਆਂ ਤੋਂ ਇਹੀ ਲੋਕ ਨੇ। ਜਦ ਕਿ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੱਦਾਂ ਦਾ ਕੁਛ ਨਹੀਂ ਆ ਉੱਥੇ, ਜਿਹੜਾ ਅਸਲੀ ਮੁਸਲਮਾਨ ਹੈ। ਤੇ ਇੱਕ ਇਹਨਾਂ ਨੂੰ ਮੈਂ ਤਾਂ ਤੁਹਾਨੂੰ ਹੋਰ ਬੇਨਤੀ ਕਰਾਂਗਾ ਕਿ ਇਹਨਾਂ ਦੇ ਇੱਕ ਹੋਰ ਭੁਲੇਖਾ ਦੂਰ ਕਰੋ ਕਿ ਜਿਹੜਾ ਮੁਸਲਮਾਨ ਹੈ ਉਹ ਅਸਲੀ ਹੁੰਦਾ ਕੌਣ ਹੈ, ਕਿਉਂਕਿ ਇਹ ਕਹਿੰਦੇ ਨੇ, ਇਹ ਸਾਡੇ ਨਾਲ ਉੱਥੇ ਬਹਿਸ ਕਰਦੇ ਪਏ ਸੀ ਕਿ ਜਿਹੜੇ ਮੁਸਲਮਾਨ ਨੇ ਉਹੀ ਇਹ ਮੰਨਦੇ ਨੇ, ਮਤਲਬ ਜਿਹੜੇ ਮੜੀਆਂ ਮਸਾਣੀਆਂ ਹੁੰਦੀਆਂ ਮੁਸਲਮਾਨਾਂ ਦੀਆਂ ਹੁੰਦੀਆਂ ਨੇ। ਚਲੋ ਕੁਛ ਤਾਂ ਤੁਸੀਂ ਜਾਣਕਾਰੀ ਸਾਨੂੰ ਦੇ ਚੁੱਕੇ ਹੋ, ਇਹਨਾਂ ਦਾ ਵਹਿਮ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਦੂਰ ਕਰੋ। ਬਾਈ ਜੀ ਪੱਠੇ ਪੁੱਠੇ ਪਾਉਣੇ ਹੁੰਦੇ ਘਰੇ ਜਾ ਕੇ ਚੱਲੀਏ ਜੀ। ਬਾਈ ਜੀ ਅਸੀਂ ਤੁਹਾਡੇ ਨਾਲ ਉੱਥੇ ਵਾਅਦਾ ਕਰਕੇ ਆਏ ਹਾਂ ਇਸ ਚੀਜ਼ ਦਾ ਵੀ ਤੁਹਾਡਾ ਜੇ ਵਹਿਮ ਦੂਰ ਕਰਾਂਗੇ ਤੇ ਤੁਹਾਡੇ 'ਚ ਸਾਰੇ ਭੁਲੇਖੇ ਦੂਰ ਕਰਕੇ ਤੋਰਾਂਗੇ, ਐਵੇਂ ਨਹੀਂ ਤੋਰਦੇ ਤੁਹਾਨੂੰ। बहुत अच्छा सवाल है भाई आपका। देखो पक्का मुसलमान का आपने सवाल किया कि पक्का मुसलमान और ईमान के। अच्छा अच्छा, हाँ देखो हम सभी बैठे हैं, सभी के लिए सवाल है ये। आपने देख ही लिया, जो आपने अभी देखा है कि हमने नमाज़ पढ़ी, यही सच्चा इस्लाम है और यही पक्के मुसलमान के काम है। अल्लाह रब्बुल इज़्ज़त ने कुरान करीम के अंदर फरमाया, इन्नस्सलात कानत अनिल मुमिनीन किताबन मौक़ूता, कि हमने हर मुसलमान मर्द औरत बालिग पर 5 वक्त की नमाज़ फ़र्ज़ की है। अब देखिए हम नमाज़ तो पढ़ नहीं रही हैं और अलग अलग जगहों पे हम अपने टाइम पास करते घूम रहे हैं। तो ये ज़िंदगी एक अल्लाह की तरफ से अनमोल नेमत है। अल्लाह रब्बुल इज़्ज़त इसके बारे में पूछेंगे, है जी। ਸਾਨੂੰ ਪਤਾ ਜੀ ਭਾਰਾ ਬਹੁਤ ਪੈਂਦਾ। और भार तो ये तो एक टेस्ट होता है वीरे इंसान का।
जो रब हमें जिसकी ज़मीन है, जिसका आसमान है, जो खिला रहा है, पिला रहा है, एक सांस पहुंचा रहा है, तो वो इंसान को आजमाएगा नहीं। अब एक कुम्हार है, एक मटका तैयार करता है, वो उसको वो आग में तपाता भी है जी, तपाता नहीं तपाता, उसको फिर छुटका लगा के टेस्ट करते हैं कच्चा है पक्का है। तो अल्लाह देखना चाहते कि मेरे बंदा उसको खिलाने वाला मैं, पिलाने वाला मैं, इसकी आंखों को रोशनी देने वाला मैं, इसके दिल को धड़काने वाले मैं। ਖੇਤ ਆਪਣੇ ਖੇਤ ਜਗ੍ਹਾ ਬਣੀ ਹੈ ਜੀ। ਅੱਛਾ। ਤੇ ਉਹ ਹੁਣ ਅਸੀਂ ਹਰੀ ਚਾਦਰ ਉੱਥੇ ਪੀਰਾਂ ਵਾਲੀ ਚਾਦਰ ਚੜਾਉਣੇ ਆ ਜੀ। अच्छा जी, ਤੇ अच्छा। ਉਹ ਫਿਰ ਤੁਹਾਡੇ ਧਰਮ ਨਾਲ ਨਹੀਂ ਸੰਬੰਧ ਰੱਖਦੀ ਜੀ। ना ना भाई देखो, हरे रंग का कोई मसला थोड़ी है कि भाई साढ़े इस्लाम तो इसका ताल्लुक़ है। अब उसे वही बात होगी कि भाई कुछ दिनों में ऐसा होने वाला कि सारी हरी सब्जियां मुसलमानों की हो जाएगी और दूसरों के हिस्से में गाजर और टमाटर ही आवेंगे। रंगों को बांटने का कोई मसला नहीं है, हरा रंग सब यूज़ कर सकते हैं। रहा मसला चादरों का कि पीर फ़कीर को चादरों के भाई भूखे थोड़े ही हैं। जितना आप पैसा वेस्ट करते हैं, किसी गरीब को चादर उड़ा सकते हैं हम, किसी की बेटी के सर पे दुपट्टा रख सकते हैं, किसी गरीब को इतने पैसे में खाना खिला सकते हैं। तो ये बहुत सारे जो है नेकी के काम हैं करने के, इसके अलावा भी। लेकिन मज़ार जो है बड़े बड़े औलिया अल्लाह के, हम उनकी इंसल्ट नहीं करते। ਅਸੀਂ ਤਾਂ ਉੱਥੇ ਦੀਵਾ ਜਗਾਈਦਾ ਜੀ। अच्छा जी, ਘਿਓ ਦੇ ਦੀਵੇ ਜਗਾਈਦੇ ਆ, ਹਰੇਕ ਦੀਵਾਲੀ ਲੋਹੜੀ ਤੇ ਵੀ ਆਪਾਂ ਦੀਵਾ ਉੱਥੇ ਜ਼ਰੂਰ ਜਗਾਈਦਾ। ਵੀਰਵਾਰ ਦੇ ਵੀਰਵਾਰ ਵੀ ਦੀਵਾ ਜਗਾਈਦਾ ਜੀ। अच्छा जी। तो कभी बाबा जी ने आपसे आगे कहा कि भाई दीवा जलाओ? ਜੇ ਨਹੀਂ ਜਗਾਉਂਦੇ ਤੇ ਸੁਪਨੇ 'ਚ ਬਹੁਤ ਡਰਾਉਂਦੇ ਸਾਨੂੰ ਤਾਂ। ਵੱਡੇ ਵਡੇਰੇ ਸਾਡੇ ਮੰਨਦੇ ਸੀ ਪਹਿਲਾਂ ਲੈ ਜੀ। बड़े बड़ी रहे। देखो बड़ों की गल अलग सी, अब तो उन माशाल्लाह जो है पढ़े लिखे जवाक हो गए, सबको पता है ज़िंदगी के बारे में। जो पहले के लोग सीधे सीखे, वो इसलिए बेचारे बेवकूफ़ बन जाते थे। उन तो पढ़े लिखों का ज़माना है, ऐसा कुछ नहीं है। जो ख्वाब आंदे है, सपने आंदे, ये तो एक शैतानी चक्कर है। ਮੇਰੇ ਚਾਚੇ ਦਾ ਮੁੰਡਾ ਕੈਨੇਡਾ ਜੀ, अच्छा। ਤੇ ਉਹ ਕੈਨੇਡਾ ਤੋਂ ਵੀ ਵੀਰਵਾਰ ਦੇ ਵੀਰਵਾਰ ਸਾਨੂੰ ਇਕੱਠੇ ਪੈਸੇ ਪਾ ਦਿੰਦਾ ਸੀ। ਵੀਰਵਾਰ ਦੇ ਵੀਰਵਾਰ ਉਹਦੇ ਨਾਂ ਦੀ ਚਾਦਰ ਹੈ ਜਿਹੜੀ ਸੌਣ ਦੇ ਮਹੀਨੇ ਅਸੀਂ ਹਰੇਕ ਵੀਰਵਾਰ ਚੜਾਈ ਦੀ ਹੈ। अच्छा जी। नहीं ਬਾਹਰ भाई, ਰਹਿੰਦਾ ਕੈਨੇਡਾ 'ਚ, ਉੱਥੇ ਪੜ੍ਹਦਾ। आप लोग जो है बाहर दूसरी मुस्लिम कंट्रियों में गए होंगे, जैसा सऊदी अरब है, दुबई है, अरब के बहुत सारे कंट्रीज़ हैं, उनमें आप लोगों ने देखा होगा कि ये सिस्टम बिल्कुल भी नहीं है। जबकि इस्लाम धर्म आया ही उधर से है, सऊदी की तरफ से हज़रत मोहम्मद साहब की पैदाइश वहीं है, लेकिन वहाँ ये चीज़ कोई भी मायने नहीं रखती है। इस्लाम का जो सही अरकान है वो ये है कि 5 वक्त अल्लाह के सामने सर झुकाया जाए, अल्लाह से मांगा जाए। सबसे बड़ी ताकत अल्लाह की है, उसके अलावा कोई पीर फ़कीर कुछ नहीं कर सकता आपका। ठीक है भाई, इसलिए हम तो आपको भी और सभी को यही कहते हैं कि भाई जितना पैसा आप चादरों में खर्च कर रहे हो, किसी गरीब को लगाओ, वो आपको दुआ देगा, आपके बेड़े पार हो जाएंगे। और कोई सवाल? ਮੌਲਵੀ ਜੀ ਮੈਂ ਜਾਣਾ ਜੀ, ਮੈਂ ਜਾਣਾ ਬਾਈ ਜੀ। ਭੱਜਣ ਨੂੰ ਤਾਂ ਤੁਸੀਂ ਬਹੁਤ ਟਾਈਮ ਦੇ ਫਿਰਦੇ ਹੋ, ਅਸੀਂ ਤੁਹਾਡਾ ਚਿਹਰਾ ਹੀ ਪੜ੍ਹ ਰਹੇ ਪਏ ਆ। ਤੇ ਹੁਣ ਤੁਹਾਡਾ ਕੋਈ ਹੋਰ ਗਿਲਾ ਸ਼ਿਕਵਾ ਹੋਵੇ ਤੇ ਦੱਸੋ। ਬਾਈ ਜੀ ਤੁਸੀਂ ਤਾਂ ਹੁਣ ਸਾਰੇ ਇਕੱਠੇ ਹੋ ਗਏ ਯਾਰ, ਮੇਰੇ ਇਕੱਲੇ ਦੇ ਦਿਵਾਲੇ। ਇਕੱਠੇ ਨਹੀਂ, ਤੁਹਾਨੂੰ ਇੱਥੇ ਕੋਈ ਮਾੜਾ ਬੋਲਿਆ? ਇੰਨੇ ਵੀਰ ਬੈਠੇ ਹੋ, ਕੋਈ ਤੁਹਾਨੂੰ ਮਾੜਾ ਬੋਲਿਆ ਕੋਈ? ਨਹੀਂ ਬਾਈ ਜੀ, ਅਸੀਂ ਬਹੁਤ ਤੁਹਾਡੇ ਦਿਲ 'ਚ ਹੈ ਜੋ ਗੱਲ, ਪੁੱਛ ਲਓ, ਤੁਸੀਂ ਪੁੱਛ ਲਓ, ਕੋਈ ਗੱਲ ਨਹੀਂ। ਹਾਂ ਠੀਕ ਹੈ ਜੀ, ਕੋਈ ਗੱਲ ਨਹੀਂ, ਜਾਣੇ ਆ ਜੀ। ਨਹੀਂ ਸਮਝੋ। ਨਹੀਂ, ਤੁਹਾਨੂੰ ਇੱਕ ਹੋਰ ਤੁਹਾਨੂੰ ਅਸੀਂ ਓਪਰਚੁਨਿਟੀ ਦੇ ਦਿੰਨੇ, ਜੇ ਤੁਹਾਡੇ ਕੋਈ ਪੀਰ ਫਕੀਰ ਤੁਹਾਡਾ ਕੋਈ ਤੁਹਾਡਾ ਗਲ ਘੁੱਟਣ ਆਇਆ ਤੇ ਤੁਸੀਂ ਦੱਸ ਸਕਦੇ ਹੋ। ਜਦੋਂ ਮਰਜ਼ੀ ਮੌਲਵੀ ਜੀ ਬੈਠੇ, ਜਦੋਂ ਮਰਜ਼ੀ ਕੋਈ ਆਇਆ ਤੇ ਸਾਨੂੰ ਦੱਸ ਦਿਓ, ਤੁਸੀਂ ਅਸੀਂ ਤੁਹਾਨੂੰ ਬਚਾ ਲਾਂਗੇ। बचाने वाला तो अल्लाह है इंशाल्लाह। पहली बात तो अल्लाह के हुक्म से आएगा नहीं, क्योंकि सच्चाई के साथ और सब्र के साथ अल्लाह की मदद है। अगर हम इससे हट के चले गए तो इंसान के ऊपर कष्ट आना ही आना है। ਬਸ ਕਰੋ ਬਾਈ ਜੀ, ਬੰਦ ਕਰ ਦਿਓ ਬਾਈ ਜੀ ਵੀਡੀਓ। ਬਹੁਤ ਹੋ ਗਈ ਤੁਹਾਡੀ, ਮੈਂ ਤਾਂ ਕਹਿੰਦਾ ਜੀ ਇੰਨੀ ਹੋਣੀ ਵੀ ਚਾਹੀਦੀ ਹੈ ਤੁਹਾਡੇ ਨਾਲ, ਕਿਉਂਕਿ ਮੈਨੂੰ ਲੱਗਦਾ ਜੀ ਜੇ ਤੁਹਾਡਾ ਜੋ ਵੀ ਤੁਹਾਡੇ ਨਾਲ ਇਸ ਟਾਈਮ ਤੁਸੀਂ ਤੁਹਾਡੀ ਸ਼ਕਲ ਦੱਸਦੀ ਵੀ ਤੁਹਾਡੇ ਤੇ ਕੀ ਬੀਤਦੀ ਪਈ ਹੈ, ਤੇ ਤੁਸੀਂ ਅਜੇ ਵੀ ਸੰਭਲ ਜਾਓ ਤੇ ਮੇਰੇ ਹਿਸਾਬ ਨਾਲ ਬੜਾ ਸ਼ੁਕਰ ਹੋਊਗਾ ਉਸ ਵਾਹਿਗੁਰੂ ਦਾ, ਜੇ ਤੁਸੀਂ ਅਜੇ ਵੀ ਤੁਹਾਨੂੰ ਅਕਲ ਆ ਜਾਵੇ। ਠੀਕ ਹੈ ਬਾਈ ਜੀ, ਧੰਨਵਾਦ ਜੀ। ਸੋ ਹਾਂਜੀ ਦੋਸਤੋ, ਮੈਨੂੰ ਲੱਗਦਾ ਹੈ ਕਿ ਇਸ ਵੀਰ ਦੇ ਸਾਰੇ ਜਿਹੜੇ ਹੁਣ ਭੁਲੇਖੇ ਨਿਕਲ ਗਏ ਹੋਣਗੇ। ਬਹੁਤ ਟਾਈਮ ਇਹਨੇ ਖਰਾਬ ਕੀਤਾ ਹੈ ਸਾਡਾ, ਇਹਨੇ ਡਿਸਟਰਬੈਂਸ ਵੀ ਬਹੁਤ ਕ੍ਰੀਏਟ ਕੀਤੀ ਸੀ ਇੱਥੇ, ਕਿਉਂਕਿ ਇਹ ਬਾਹਰ ਨਿਕਲ ਕੇ ਵੀ ਇੱਥੇ ਹੁਣ ਸ਼ਕਲ, ਮੈਂ ਤਾਂ ਕਹਿੰਦਾ ਜੀ ਪਹਿਲਾਂ ਇਹਦੀ ਸ਼ਕਲ ਵੇਖਣੀ ਚਾਹੀਦੀ ਹੈ ਜੀ ਜੋ ਇਹਦੇ ਨਾਲ ਹੋ ਚੁੱਕੀ ਹੈ, ਕਿਉਂਕਿ ਇਹਨੇ ਉੱਥੇ ਵਾਅਦਾ ਕੀਤਾ ਸੀਗਾ ਸਾਡੇ ਨਾਲ। ਤੁਸੀਂ ਵੀਡੀਓ ਵਿੱਚ ਪਹਿਲਾਂ ਦੇਖ ਚੁੱਕੇ ਹੋ ਕਿ ਇਸ ਵੀਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸਾਬਿਤ ਕਰ ਦਿਓ ਕਿ ਇਹ ਮੁਸਲਮਾਨ ਦੀ ਮੁਜ਼ਾਹਰਾ ਨਹੀਂ ਗੀਆਂ ਤੇ ਮੈਂ ਛੱਡ ਦਿਆਂਗਾ। ਹੁਣ ਛੱਡੋਗੇ ਵੀਰ ਜੀ? ਬਾਈ ਜੀ ਰੱਬ ਸਾਰਾ ਇੱਕੋ ਹੀ ਹੈ ਜੀ। ਨਹੀਂ, ਤੁਸੀਂ ਫਿਰ ਉਹਨਾਂ ਗੱਲਾਂ ਤੇ ਆ ਗਏ ਜੀ। ਤੁਹਾਨੂੰ ਜਿਨ੍ਹਾਂ ਦਾ ਤੁਸੀਂ ਬਹਾਨਾ ਲਾਇਆ ਸੀ ਉੱਥੇ, ਠੀਕ ਹੈ, ਤੁਸੀਂ ਖੁਦ ਬਹਾਨਾ ਲਾਇਆ ਸੀਗਾ, ਨਾਲੇ ਤੁਸੀਂ ਸਾਡੇ ਨਾਲ ਇਹ ਵਾਅਦਾ ਕੀਤਾ ਸੀ। ਹੁਣ ਦੱਸ ਦਿਓ ਵੀ ਤੁਸੀਂ ਜੱਟ ਹੈਗੇ ਜੇ, ਤੁਸੀਂ ਜੱਟਾਂ ਵਾਲੀ ਕਰ ਸਕਦੇ ਜੇ ਕਿ ਨਹੀਂ, ਕਿਉਂਕਿ ਤੁਸੀਂ ਆਪ ਹੀ ਗੀਤਾਂ ਵਿੱਚ ਫੁਕਰੀਆਂ ਮਾਰਦੇ ਹੁੰਦੇ ਹੋ ਕਿ ਅਸੀਂ ਜਿੱਥੇ ਖੜ ਗਏ। ਤੁਸੀਂ ਹੁਣ ਜ਼ੁਬਾਨ ਤੋਂ ਭੱਜੋਗੇ ਮਤਲਬ? ਬਾਈ ਜੀ ਠੀਕ ਹੈ ਬਾਈ ਜੀ, ਕੋਈ ਗੱਲ ਨਹੀਂ ਬਾਈ ਜੀ, ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ, ਜਿਵੇਂ ਸਾਨੂੰ ਲੱਗਦਾ ਹੈ। ਨਹੀਂ, ਉਹ ਜ਼ੁਬਾਨ ਕਿੱਥੇ ਗਈ ਜੀ ਤੁਹਾਡੀ ਜਿਹੜਾ ਤੁਸੀਂ ਉੱਥੇ ਵਾਅਦਾ ਕਰਕੇ ਆਏ ਹੋ? ਮੈਂ ਤਾਂ ਇਹ ਵੀ ਕਿਹਾ ਸੀ ਵੀ ਮੈਂ ਕੋਠੇ ਦੀ ਕੰਜਰੀ ਨਹੀਂ, ਮੈਂ ਸਾਈਆਂ ਦੀ ਕੰਜਰੀ। ਨਹੀਂ, ਉਹ ਜਿਹੜੇ ਕੰਜਰ ਹੈਗੇ ਉਹਨਾਂ ਨੂੰ ਕੰਜਰ ਰਹਿਣ ਦਿਓ, ਤੁਸੀਂ ਕੰਜਰ ਬਣਨਾ ਚਾਹੁੰਦੇ ਹੋ?
ਸਾਈਆਂ ਦੀ ਕੰਜਰੀ ਆ ਬਈ ਮੈਂ ਤਾਂ। ਨਹੀਂ ਉਹ ਜਿਹੜੇ ਹੈਗੇ ਆ, ਤੁਸੀਂ ਅਜੇ ਵੀ ਹੈਗੇ ਹੋ, ਮਤਲਬ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਇੱਥੇ ਜੋ ਹੋ ਹਟਿਆ, ਜੋ ਇਹਨਾਂ ਨੇ ਇੰਨੇ ਵਧੀਆ ਸਾਨੂੰ ਵਿਚਾਰ ਦਿੱਤੇ ਆ, ਤੁਹਾਡੇ ਮਤਲਬ ਕੰਨਾਂ ਦੇ ਕੋਈ ਉਸ ਚੀਜ਼ ਦਾ ਅਸਰ ਨਹੀਂ ਹੈਗਾ? ਅਸੀਂ ਤਾਂ ਹਰੇਕ ਧਰਮ ਨੂੰ ਬਰਾਬਰ ਮੰਨਦੇ ਆ ਬਾਈ ਜੀ ਤੁਸੀਂ ਮਤਲਬ ਨਹੀਂ ਆਉਣਾ, ਤੁਸੀਂ ਬਾਜ ਨਹੀਂ ਆਉਣਾ ਉਹਨਾਂ ਚੀਜ਼ਾਂ ਤੋਂ, ਹਨਾ? ਚੋ ਦਰਸ਼ਕੋ ਤੁਸੀਂ ਸਾਰੀ ਇਹ ਪੂਰੀ ਘਟਨਾ ਦੇਖ ਚੁੱਕੇ ਹੋ। ਇਹ ਵੀਰ ਨਾਲ ਕੀ ਅਸੀਂ ਆਪਣੇ ਮੂੰਹ ਕੋਈ ਸ਼ਬਦ ਬੋਲਿਆ ਹੋਵੇ ਮਾੜਾ, ਜਿੰਨਾ ਕਰਕੇ ਆਪਦੀਆਂ ਗਿੱਦੜ ਧਮਕੀਆਂ ਦਿੰਦੇ ਸੀਗੇ ਪਹਿਲਾਂ ਸਾਨੂੰ, ਸੋ ਜੋ ਇਹਨਾਂ ਦੇ ਭੁਲੇਖੇ ਵੀ ਅਸੀਂ ਤਾਂ ਕੋਸ਼ਿਸ਼ ਕੀਤੀ ਕਿ ਦੂਰ ਕਰੀਏ। ਆ ਸਾਰੇ ਵੀਰ ਬੈਠੇ ਹੋਏ ਨੇ, ਹਰ ਇੱਕ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਕਹਿੰਦੇ ਹੁੰਦੇ ਨੇ ਵੀ ਡੰਡਾ ਪੀਰ ਹੁੰਦਾ ਵਿਗੜਿਆਂ ਤਿਗੜਿਆਂ ਦਾ। ਸੋ ਮੇਰੇ ਵੱਲੋਂ ਜਿਵੇਂ ਕਿ ਪਹਿਲਾਂ ਇਸ ਬੰਦੇ ਨੂੰ ਲਾਹਣਤਾਂ ਪਾਈਆਂ ਜਾਂਦੀਆਂ ਸੀ, ਸੋ ਇੱਕ ਵਾਰੀ ਫਿਰ ਮੇਰੇ ਵੱਲੋਂ ਫਿੱਟੇ ਮੂੰਹ ਇਸ ਬੰਦੇ ਨੂੰ। ਸੋ ਦੇਖਦੇ ਰਹੋ ਜੀ ਟਿੱਲਾ ਟਾਕਸ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੂਰੀ ਵੀਡੀਓ